पिछले दिनी विधान सभा ਦੇ ਵਿੱਚ ਲਾਅ ਐਂਡ ਆਰਡਰ ਦੇ ਮੁੱਦੇ ਤੇ ਬੜੀ ਤਕੜੀ ਬਹਿਸ ਹੋਈ ਹੈ ਔਰ ਤੁਸੀਂ ਵੀ ਉਸ ਦੇ ਵਿੱਚ ਵਿਰੋਧੀ ਧਿਰ ਦੇ ਨਾਲ ਕਾਫੀ ਬਹਿਸਬਾਜ਼ੀ ਕੀਤੀ ਔਰ ਤੁਹਾਡੇ ਤੇ ਵੀ ਉਸ ਚੀਜ਼ ਨੂੰ ਲੈ ਕੇ ਬੜੇ ਸਵਾਲ ਉੱਠੇ, ਚਾਹੇ ਉਹ ਸਿੱਧੂ ਮੂਸੇਵਾਲਾ ਦੇ ਮਰਡਰ ਦਾ ਜ਼ਿਕਰ ਸੀ ਜਾਂ ਪਿਛਲੇ ਸਮੇਂ ਦੇ ਵਿੱਚ ਜੋ ਘਟਨਾਕ੍ਰਮ ਹੋਏ ਉਸ ਦਾ ਤੁਸੀਂ ਜ਼ਿਕਰ ਕੀਤਾ ਔਰ ਵਿਰੋਧੀਆਂ ਨੇ ਨਿਸ਼ਾਨੇ ਤੇ ਲਿਆ ਕਿ ਤੁਸੀਂ ਉੱਥੇ ਇੱਕ ਇਨਸੈਂਸਿਟਿਵ ਜਿਹੜਾ ਹੈ ਉਹ ਬਿਹੇਵੀਅਰ ਦਿਖਾਇਆ। ਇਸ ਤਰੀਕੇ ਦੀ ਚਰਚਾ ਮੂਸੇਵਾਲਾ ਦੇ ਪਰਿਵਾਰ ਵੱਲੋਂ ਵੀ ਕੀਤੀ ਗਈ। ਸੋ ਉਸ ਨੂੰ ਲੈ ਕੇ ਤੁਹਾਡੇ ਤੋਂ ਸਵਾਲ ਬੜਾ ਜ਼ਰੂਰੀ ਹੈ। देखो बराड़ साहब, इस तरह है कि मैं तुहाडी गल नाल सहमत हाँ, पर सवाल यह है मैं अज तक ना जी इहनूं तुसीं मेरी स्ट्रेंथ समझ लो, मेरी वीकनेस समझ लो। ठीक है, मैं अज तक कदे गोल गोल गल नहीं कीती हैगी, मैं कदे लुकवी गल नहीं कीती हैगी। मैं मैनूं लॉजिकल लगदी है, मैनूं जो सही लगदी है मैं वो कहना, किसी नूं लगे चंगी किसी नूं लगे माड़ी। ठीक है, तुसीं चाहे विधान सभा दी मेरी रिकॉर्डिंग चक के देख लो, चाहे बाहर मीडिया नाल, मैं इक्को ही गल कही है भी जिहो जिहा सिद्धू मूसेवाले दे जाण दा साडा भी छोटा भरा सी, मैं भी ਉਹਦੇ गीतां दा फैन आ, मैं अज भी सुणदा। ठीक है ना, ਉਹਦੇ ਜਾਣ ਦਾ ਜਿਹੜਾ ਦੁੱਖ ਹੈ, ਜਿਹੜਾ ਉਹ ਅਸਹਿ ਤੇ ਅਕਹਿ ਹੈ, ਇਕੱਲੇ ਉਹਦੇ ਪੇਰੈਂਟਸ ਦਾ ਬਲਕੌਰ ਸਿੰਘ ਜਾਂ ਮਾਤਾ ਚਰਨ ਕੌਰ ਦੇ ਲਈ ਨਹੀਂ, ਉਹ ਆਪਣੇ ਸਾਰਿਆਂ ਦੇ ਲਈ ਹੈ। ਪਰ ਨਾਲ ਗੱਲ ਇਹ ਵੀ ਹੈ ਵੀ ਉਹਦੇ ਉੱਪਰ ਜੇ ਕਾਂਗਰਸ ਉਹਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰੂਗੀ ਤੇ ਉਹ ਗੱਲ ਵਾਜਬ ਨਹੀਂ ਹੈਗੀ। ਮੈਂ ਜਿਹੜੀ ਗੱਲ ਉਦੋਂ ਚੱਕੀ ਸੁਖਪਾਲ ਖਹਿਰਾ ਨੇ, ਮੈਂ ਇਹ ਗੱਲ ਕਿਹਾ ਕਿ ਉਹਦੇ 'ਚ 40 ਬੰਦੇ ਨੋਮੀਨੇਟ ਹੋਏ ਉਹ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ। 29 ਬੰਦੇ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ, 2 ਐਨਕਾਊਂਟਰ ਦੇ ਵਿੱਚ ਮਾਰੇ ਜਾ ਚੁੱਕੇ ਨੇ, 9 ਦੇ ਵਿੱਚੋਂ 6 ਬਾਹਰ ਨੇ, ਉਹਨਾਂ ਦੇ ਵਿੱਚੋਂ ਵੀ 4 ਬੁੱਕ ਹੋ ਚੁੱਕੇ ਨੇ, 2 ਨੇ ਜਿਹੜੇ 3 ਦਾ ਰੋਲ ਅੰਡਰ ਇਨਵੈਸਟੀਗੇਸ਼ਨ ਹੈ, 2 ਜਿਹੜਾ ਸਚਿਨ ਤੇ ਗੋਲਡੀ ਬਰਾੜ ਨੇ ਉਹਨਾਂ ਦੇ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ, ਉਹ ਸੈਂਟਰਲ ਗਵਰਨਮੈਂਟ ਦੇ ਥਰੂ ਚੱਲ ਰਿਹਾ। ਇਹਦੇ ਵਿੱਚ ਮੈਂ ਗਲਤ ਕੀ ਕਿਹਾ? ਹੁਣ ਜਿਹੜੀ ਗੱਲ ਆਈ, ਉਹਨਾਂ ਨੇ ਕਿਹਾ ਜੀ ਕਿ ਸਾਰੀ ਸਿਕਿਉਰਿਟੀ ਵਾਪਸ ਲੈ ਲਈ। ਮੈਂ ਕਿਹਾ ਜੀ ਤੁਸੀਂ ਪੰਜਾਬ ਨੂੰ ਗੁੰਮਰਾਹ ਨਾ ਕਰੋ, ਤੁਸੀਂ ਕਹਿੰਦੇ ਸਾਰੀ ਸਿਕਿਉਰਿਟੀ ਨਹੀਂ ਵਾਪਸ ਲਈ ਹੈਗੀ। 4 ਗਨਮੈਨਾਂ ਦੇ ਵਿੱਚੋਂ 2 ਗਨਮੈਨ ਸੀ ਜਿਹੜੇ ਉਹ ਵਿਡਰਾਅ ਹੋਏ ਸੀਗੇ ਔਰ 2 ਤਾਂ ਉਸ ਦਿਨ ਵੀ ਸਿੱਧੂ ਮੂਸੇਵਾਲੇ ਦੇ ਨਾਲ ਸੀਗੇ। ਮੈਂ ਇਹ ਕਿਹਾ ਕਿ ਸਿੱਧੂ ਮੂਸੇਵਾਲਾ ਸਾਡਾ ਛੋਟਾ ਭਰਾ, ਉਸ ਦਿਨ ਕਿਹੜਾ ਉਹ 2 ਗਨਮੈਨਾਂ ਨੂੰ ਨਾਲ ਲੈ ਕੇ ਗਏ? ਜਿਹੜੀ ਉਹਨਾਂ ਕੋਲ ਬੁਲੇਟ ਪ੍ਰੂਫ ਗੱਡੀ ਸੀਗੀ ਉਸ ਦਿਨ ਕਿਹੜਾ ਉਹ ਬੁਲੇਟ ਪ੍ਰੂਫ ਗੱਡੀ ਨਾਲ ਲੈ ਕੇ ਗਏ? ਜੇ ਸ਼ਾਇਦ 2 ਗਨਮੈਨ ਨਾਲ ਹੁੰਦੇ ਜਾਂ ਬੁਲੇਟ ਪ੍ਰੂਫ ਗੱਡੀ ਹੁੰਦੀ ਤਾਂ ਹੋ ਸਕਦਾ ਹਮਲਾਵਰ ਸੀ ਜਿਹੜੇ ਉਹ ਅਟੈਕ ਕਰਨ ਦੀ ਕੋਸ਼ਿਸ਼ ਨਾ ਕਰਦੇ, ਤੇ ਜੇ ਕਰਦੇ ਤਾਂ ਸ਼ਾਇਦ ਬਚਤ ਹੋ ਜਾਂਦੀ। ਮੈਂ ਇਹ ਗੱਲ ਕਹੀ ਹੈ। ਹੁਣ ਕਿਸੇ ਨੂੰ ਚੁੱਭ ਵੀ ਲੱਗੇ ਤਾਂ ਅੱਡ ਗੱਲ ਹੈ, ਪਰ ਇਹ ਗੱਲ ਜੋ ਮੈਂ ਕਹੀ ਹੈ ਇਹ ਸਹੀ ਹੈ ਕਿ ਗਲਤ ਹੈ? ਤੁਸੀਂ ਆਪਦੇ ਦਿਲ ਤੇ ਹੱਥ ਰੱਖ ਕੇ ਦੱਸੋ। ਫੈਕਟ ਤਾਂ ਇਹੀ ਨੇ, ਲੇਕਿਨ ਫੈਕਟ ਤਾਂ ਇਹੀ ਨੇ, ਤੇ ਸਹੀ ਗੱਲ ਕਹਿਣ ਦੇ ਵਿੱਚ ਡਰ ਕਾਹਦਾ ਜੀ? ਮੈਂ ਕਹਿੰਦਾ ਵੀ ਉਸ ਸਾਡੇ ਛੋਟੇ ਵੀਰ ਦੇ ਜਾਣ ਦਾ ਦੁੱਖ, ਦਰਦ, ਅਸਹਿ ਤੇ ਅਕਹਿ, ਇਹੋ ਜਿਹਾ ਦੁੱਖਾਂ ਦਾ, ਪੀੜਾਂ ਦਾ ਪਹਾੜ ਪ੍ਰਮਾਤਮਾ ਕਿਸੇ ਪਰਿਵਾਰ ਤੇ ਨਾ ਪਾਵੇ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਉਹ ਕਰਦੇ ਨੇ ਨਾ ਜੀ, ਆਪਣਾ ਕਾਂਗਰਸ ਵਾਲੇ ਕਰਦੇ ਨੇ। ਫਿਰ ਉਸ ਤੋਂ ਮਗਰੋਂ ਗੱਲ ਹੋਈ, ਰਾਜਾ ਵੜਿੰਗ ਜੀ ਨੇ ਕਿਹਾ, ਉਹ ਕਹਿੰਦੇ ਜੀ ਕਿ ਤੁਸੀਂ ਬੰਦੇ ਨੇ ਜਿਹੜੇ 2 ਨੋਮੀਨੇਟ ਨੇ ਉਹ ਤੁਸੀਂ ਕਾਲਜੇ ਠੰਡ ਪਾਉਣ ਵਾਸਤੇ ਤੁਸੀਂ ਨੋਮੀਨੇਟ ਕਰ ਦਿਓ ਪਰਚੇ ਦੇ ਵਿੱਚ। ਜੀ ਭਾਈ ਸਾਹਿਬ, ਮੇਰੇ ਸਿਰਫ ਇੰਨਾ ਕਹਿਣਾ ਸੀਗਾ ਵੀ ਕਾਨੂੰਨ ਮੁਤਾਬਕ ਚੱਲਣਾ ਚਾਹੀਦਾ। ਜੇ ਆਪਾਂ ਕਾਲਜੇ ਠੰਡ ਪਾਉਂਦੀ, ਮੈਂ ਵੀ ਕਹਿਣਾ ਵੀ ਠੰਡ ਪਵੇ, ਚੰਗੀ ਗੱਲ ਹੈ, ਸਾਰਿਆਂ ਦੇ ਜ਼ਖਮਾਂ ਤੇ ਮੱਲਮ ਲੱਗੂਗਾ। ਪਰ ਜੇ ਆਪਾਂ ਪਰਚਿਆਂ ਦੇ ਵਿੱਚ ਜਾਇਜ਼ ਤਾਂ ਪੈਂਦੇ ਨੇ, ਠੀਕ ਹੈ, ਜੇ ਨਜਾਇਜ਼ ਇਨੋਸੈਂਟ ਕਿਸੇ ਬੰਦੇ ਨੂੰ ਪਾਉਣ ਲੱਗ ਗਏ ਤੇ ਫਿਰ ਤਾਂ ਮੈਂ ਰਾਜਾ ਵੜਿੰਗ ਜੀ ਨੂੰ ਕਿਹਾ ਵੀ ਜਿਹੜਾ ਕਰਨ ਕਟਾਰੀਏ ਨੇ ਪਹਿਲਾਂ 2 ਆਪਦੇ ਬੱਚਿਆਂ ਦੇ ਗੋਲੀ ਮਾਰੀ ਕੋਟਕਪੂਰੇ ਦੇ ਵਿੱਚ, ਫਿਰ ਆਪਦੇ ਮਾਰੀ ਤੇ ਵਾਈਫ ਦੇ ਮਾਰੀ, ਵਾਈਫ ਬਚ ਗਈ ਤੇ ਉਹਨਾਂ 3 ਦੀ ਡੈਥ ਹੋ ਗਈ। ਉਹਦੀ ਵਾਈਫ ਤਾਂ ਅੱਜ ਵੀ ਕਹਿੰਦੀ ਹੈ ਕਿ ਮੇਰੇ ਬੱਚਿਆਂ ਦੇ ਤੇ ਮੇਰੇ ਹਸਬੈਂਡ ਦੇ ਕਤਲ ਦੇ ਵਿੱਚ ਜਾਂ ਸੁਸਾਈਡ ਦੇ ਵਿੱਚ ਰਾਜਾ ਵੜਿੰਗ ਜੀ ਦਾ ਰੋਲ ਹੈ। ਫਿਰ ਰਾਜਾ ਵੜਿੰਗ ਜੀ ਨਾਲ ਉਹਦੇ ਉਸ ਪਰਚੇ ਦੇ ਵਿੱਚ ਨੋਮੀਨੇਟ ਹੋਣ ਜੀ? ਐ ਥੋੜ੍ਹਾ ਹੁੰਦਾ ਭਾਈ ਸਾਹਿਬ। ਆਖਰ ਨੂੰ ਰੱਬ ਲੱਗਦੀ ਗੱਲ ਬੰਦੇ ਨੂੰ ਕਰਨੀ ਚਾਹੀਦੀ ਹੈ। ਤੁਸੀਂ ਜੋ ਸਹੀ ਹੈ, ਸਹੀ ਤੇ ਗਲਤ ਦੇ ਵਿੱਚ ਜੇ ਤੁਸੀਂ ਰਾਜ ਭਾਗ ਦੇ ਵਿੱਚ ਹੁੰਦੇ ਹੋਏ ਜੇ ਤੁਸੀਂ ਡਿਫਰੈਂਸ਼ੀਏਟ ਨਹੀਂ ਨਾ ਕਰ ਸਕਦੇ ਜੀ, ਇਹਨਾਂ ਕੇਸਾਂ ਦੀਆਂ ਮੈਂ ਸਿਰਫ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਅੱਜ ਤੁਹਾਡੇ ਚੈਨਲ ਦੇ ਜ਼ਰੀਏ ਜੇ ਮੈਂ ਸਿੱਧੂ ਮੂਸੇਵਾਲਾ ਦਾ ਮੈਂ ਫੈਨ ਆ, ਉਹਨਾਂ ਸਾਡੇ ਛੋਟੇ ਵੀਰ ਦੇ ਜਾਣ ਦਾ ਦੁੱਖ ਮੈਨੂੰ ਵੀ ਬਹੁਤ ਜ਼ਿਆਦਾ ਹੈ। ਜੇ ਮੇਰੀਆਂ ਗੱਲਾਂ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਨੂੰ ਦੁੱਖ ਹੋਇਆ ਤੇ ਮੈਂ ਉਸ ਗੱਲ ਦੇ ਲਈ ਖਿਮਾ ਵੀ ਮੰਗਦਾ, ਪਰ ਮੇਰੀ ਗੱਲ ਦੇ ਵਿੱਚ ਇੱਕ ਰੱਤੀ ਭਰ ਵੀ ਫਰਕ ਹੈ ਜਾਂ ਤੱਥਾਂ ਤੇ ਮੈਂ ਗੱਲ ਨਹੀਂ ਕਰੇਗਾ ਤਾਂ ਮੈਨੂੰ ਦੱਸੋ।
ਸੋ ਇਹ ਕਹਿਣ ਦਾ ਮਤਲਬ ਹੈ ਕਿ ਕਾਂਗਰਸ ਨੂੰ ਇੰਨੀ ਇਸ ਲੈਵਲ ਦੀ ਰਾਜਨੀਤੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਹੈਗੀ। ਜਿਸ ਵੇਲੇ ਉਹ ਜਿਹਾ ਮਾਹੌਲ ਸੀ ਉੱਥੇ, ਜਾਂ ਜਿਸ ਵੇਲੇ ਤਰਕ ਵਿਤਰਕ ਹੋ ਰਹੇ ਸੀ, ਉਸ ਵੇਲੇ ਇਹ ਉਦਾਹਰਨਾਂ ਸੀ, ਜਾਂ ਤੁਸੀਂ ਰਾਜਾ ਵੜਿੰਗ ਨੂੰ ਦਿੱਤੀ ਜਾਂ ਉਹਨਾਂ ਨੇ ਤੁਹਾਨੂੰ ਉਦਾਹਰਨਾਂ ਦਿੱਤੀਆਂ। ਅਲਟੀਮੇਟਲੀ ਗੱਲ ਲਾਅ ਐਂਡ ਆਰਡਰ ਦੀ ਜਾਂ ਉਸ ਸਥਿਤੀ ਦੀ ਹੋ ਰਹੀ ਸੀ। ਗੱਲ ਅਜਨਾਲੇ ਦੀ ਵੀ ਹੋਈ, ਉਸ ਦੇ ਵਿੱਚ ਗੱਲ ਪਿਛਲੇ ਦਿਨੀ ਜੇਲ੍ਹ ਦੇ ਅੰਦਰ ਹੋਏ ਉਸ ਮਰਡਰ ਦੀ ਵੀ ਹੋਈ, ਜਿਹਦੇ ਤੋਂ ਬਾਅਦ ਗੈਂਗਸਟਰ ਲਾਈਵ ਹੋਏ। ਸੋ ਗੱਲ ਓਵਰਆਲ ਲਾਅ ਐਂਡ ਆਰਡਰ ਦੀ ਵੀ ਆ ਰਹੀ ਹੈ ਕਿ ਲਾਅ ਐਂਡ ਆਰਡਰ ਨੂੰ ਲੈ ਕੇ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ, ਬੜੀ ਚੰਗੀ ਗੱਲ ਹੈ। ਸ਼ਹਿਰਾਂ ਨੂੰ ਬਣਾਉਣਾ ਹੈ, ਵਧੀਆ ਡਿਵੈਲਪਮੈਂਟ ਕਰਨੀ ਹੈ, ਵਿਕਾਸ ਕਾਰਜ ਕਰਨੇ ਹੈ, ਪਰ ਇੱਕ ਉਹਨਾਂ ਹੀ ਬਿਲਡਰਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ। ਮੈਂ ਤੁਹਾਡੀ ਗੱਲ ਦੇ ਨਾਲ ਜਿਨ੍ਹਾਂ ਨੇ ਡਿਵੈਲਪਮੈਂਟ, ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ। ਹੁਣ ਅੱਜ 1 ਸਾਲ ਹਜੇ ਹੋਇਆ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਬਣਿਆ ਜੀ, ਜਿਨਨੇ ਚਾਹੇ ਗੈਂਗਸਟਰਾਂ ਦੀ ਆਪਾਂ ਗੱਲ ਕਰ ਲਈਏ, ਗੈਂਗ ਕਲਚਰ ਦੀ ਗੱਲ ਕਰ ਲਈਏ, ਜਿਹਨੇ ਵਾਰਦਾਤਾਂ ਦੀ ਗੱਲ ਕਰ ਲਈਏ, ਮੈਂ ਤੁਹਾਡੇ ਜ਼ਰੀਏ ਪੁੱਛਣਾ ਚਾਹੁੰਦਾ ਕਿ ਇਹ ਸਾਰੇ ਦੇ ਸਾਰੇ ਭਗਵੰਤ ਮਾਨ ਜੀ ਤੇ ਉਹਨਾਂ ਦੀ ਸਰਕਾਰ ਨੇ 1 ਸਾਲ ਚ ਪੈਦਾ ਕਰਤੇ। ਆਪਾਂ ਆਰਪੀਜੀ ਅਟੈਕ ਹੋਇਆ ਮੁਹੱਲੀ ਦੇ ਵਿੱਚ ਇੰਟੈਲੀਜੈਂਸ ਹੈਡਕੁਆਟਰਸ ਤੇ, ਜੀ ਜੀ, ਆਰਪੀਜੀ ਰਾਕਟ ਲਾਂਚਰ ਹੈ। ਅੱਤਵਾਦ ਦੇ ਦਿਨਾਂ ਦੇ ਵਿੱਚ ਵੀ ਰਾਕਟ ਲਾਂਚਰ ਪੰਜਾਬ ਦੇ ਅੱਤਵਾਦੀਆਂ ਕੋਲ ਸੀ ਨਹੀਂ। ਉਹ ਰਾਕਟ ਲਾਂਚਰ ਦੀ ਫੈਕਟਰੀ ਬਣਾਉਣ ਦੀ, ਰਾਕਟ ਲਾਂਚਰ ਬਣਾਉਣ ਦੀ ਮਨਜ਼ੂਰੀ ਹੈ ਜਿਹੜੀ, ਉਹ ਭਗਵੰਤ ਮਾਨ ਜੀ ਨੇ ਪੰਜਾਬ 'ਚ ਦੇਤੀ। ਆਇਆ ਕਿੱਥੋਂ ਹੈ ਉਹ? ਆਇਆ ਤਾਂ ਇੰਟਰਨੈਸ਼ਨਲ ਬਾਰਡਰ ਦੇ ਥਰੂ ਹੈ। ਇੰਟਰਨੈਸ਼ਨਲ ਬਾਰਡਰ ਦੀ ਜ਼ਿੰਮੇਵਾਰੀ ਕਿਹਦੀ ਹੈ ਜੀ? ਸੈਂਟਰਲ ਗਵਰਨਮੈਂਟ ਦੀ। ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਕਿਉਂਕਿ ਡਰਦੇ ਨੇ ਸਾਰੇ ਉਧਰੋਂ। ਜੇ ਆਪਾਂ ਪ੍ਰਦੀਪ ਪ੍ਰੇਮੀ ਦੇ ਮਰਡਰ ਦੀ ਗੱਲ ਕਰ ਲਈਏ, ਜੇ ਆਪਾਂ ਸਿੱਧੂ ਮੂਸੇ ਵਾਲੇ ਭਰਾ ਦੇ ਸਾਡੇ ਵੀਰ ਦੇ ਮਰਡਰ ਦੀ ਗੱਲ ਕਰ ਲਈਏ, ਉਧਰੋਂ 80% ਜਿਹੜੇ ਕਾਤਲ ਨੇ ਉਹ ਹਰਿਆਣੇ ਦੇ ਵਿੱਚੋਂ ਉੱਠ ਕੇ ਆਉਂਦੇ ਨੇ, ਬੀਜੇਪੀ ਰੂਲ ਸਟੇਟ ਦੇ ਵਿੱਚੋਂ। 15 18 ਸਾਲ ਦੇ ਮੁੰਡੇ ਨੇ, ਬੱਚੇ ਨੇ। ਬਰੀਡਿੰਗ ਗਰਾਊਂਡ ਤਾਂ ਗੈਂਗਸਟਰ ਪੈਦਾ ਕਰਨ ਵਾਲਾ ਗਰਾਊਂਡ ਤਾਂ ਹਰਿਆਣਾ ਬਣਿਆ ਪਿਆ ਹੈ, ਤੇ ਵਾਰਦਾਤ ਆ ਕੇ ਪੰਜਾਬ ਦੇ ਵਿੱਚ ਕਰ ਜਾਂਦੇ ਨੇ ਤੇ ਬਦਨਾਮੀ ਸਰਕਾਰ ਦੀ। ਉਹ ਨੇ ਇਹਨਾਂ ਚੋਂ ਅੱਧੇ ਜਿਨ੍ਹਾਂ ਦਾ ਅੱਜ ਤੱਕ ਪੰਜਾਬ ਪੁਲਿਸ ਕੋਲੇ ਕੋਈ ਕ੍ਰਿਮੀਨਲ ਟਰੈਕ ਰਿਕਾਰਡ ਹੀ ਨਹੀਂ ਹੈਗਾ। ਹੁਣ ਇਹ ਕਿਵੇਂ ਤੁਹਾਨੂੰ ਇਹ ਲੱਗਦਾ ਕਿ ਤੁਹਾਨੂੰ ਇਹ ਲੱਗਦਾ ਕਿ ਇਹਨਾਂ ਘਟਨਾਵਾਂ ਦੇ ਨਾਲ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਡੈਫੀਨਿਟਲੀ। ਹੋਰ ਕੀ ਹੋ ਰਿਹਾ ਜੀ? ਤੁਸੀਂ ਸਾਰੇ ਇੱਕੋ ਹੀ ਟੋਨ ਦੇ ਵਿੱਚ ਲੱਗੇ ਹੋਏ ਨੇ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਅਕਾਲੀ ਦਲ ਹੈ। ਸਾਡੇ ਨਾਲੋਂ ਵੱਧ, ਇਸ 1 ਸਾਲ ਨਾਲੋਂ ਵੱਧ ਜਿਹੜੀਆਂ ਵਾਰਦਾਤਾਂ ਨੇ ਉਹ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦੀਆਂ ਰਹੀਆਂ ਨੇ। ਆ ਪਿਛਲੇ 1.5 ਸਾਲ ਪਹਿਲਾਂ ਵਿਧਾਨ ਸਭਾ ਦੇ ਵਿੱਚ ਜੋ ਕਾਂਗਰਸ ਵਾਲੇ ਤੇ ਅਕਾਲੀ ਦਲ ਵਾਲੇ ਜੱਗੂ ਭਗਵਾਨਪੁਰੇ ਦੇ ਲਿੰਕਾਂ ਦੀਆਂ ਤੇ ਉਹਦੀਆਂ ਰਿਸ਼ਤੇਦਾਰੀਆਂ ਦੀਆਂ ਤੇ ਉਹਨਾਂ ਦੀਆਂ ਲਿਹਾਜ਼ਾਂ ਦੀਆਂ ਗੱਲਾਂ ਕਰਦੇ ਸੀਗੇ, ਉਹ ਕੋਈ ਵਿਧਾਨ ਸਭਾ ਦੇ ਵਿੱਚ ਹੋਣ ਵਾਲੀਆਂ ਗੱਲਾਂ ਸੀਗੀਆਂ ਜੀ। ਸਾਡੇ 1 ਸਾਲ ਦੇ ਵਿੱਚ ਸਾਡਾ ਕੋਈ ਵਿਰੋਧੀ ਵੀ ਉਂਗਲ ਚੱਕ ਕੇ ਕਹਦੇ ਵੀ ਕਿਸੇ ਗੈਂਗਸਟਰ ਦਾ ਜਾਂ ਕਿਸੇ ਮਾਫੀਏ ਦਾ ਜਾਂ ਕਿਸੇ ਡਰੱਗ ਮਾਫੀਏ ਦਾ ਕਿਸੇ ਫਲਾਣੇ ਆਮ ਆਦਮੀ ਪਾਰਟੀ ਦੇ ਐਮਐਲਏ ਜਾਂ ਮੰਤਰੀ ਨਾਲ ਲਿੰਕ ਹੈ, ਉਂਗਲ ਤਾਂ ਕਰਕੇ ਦਿਖਾਉਣ, ਕਰ ਨਹੀਂ ਸਕਦੇ ਹੈਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਠੀਕ ਹੈ, ਅਸੀਂ ਤਾਂ ਅੱਜ ਸਾਲ ਭਰ ਹੋ ਗਿਆ, ਕੰਡੇ ਨੇ ਜਿਹੜੇ ਉਹ ਪਿਛਲੀਆਂ ਸਰਕਾਰਾਂ ਦੇ ਜਿਹੜੇ ਬੀਜੇ ਹੋਏ ਕੰਡੇ ਨੇ ਅਸੀਂ ਤਾਂ ਉਹ ਚੁਗਣ ਲੱਗੇ ਹੋਇਆ। ਹੁਣ ਜੇ ਆਪਾਂ 1 ਦਿਨ ਦੇ ਵਿੱਚ ਹੀ ਕਹਿ ਦਈਏ ਵੀ 1 ਦਿਨ ਦੇ ਵਿੱਚ ਹੀ ਸਾਰਾ ਸਫਾਇਆ ਹੋ ਜਾਊਗਾ, ਨਾ। ਕੈਂਸਰ ਹੈ, ਕੈਂਸਰ 1 ਦਿਨ ਮੱਲਮ ਪੱਟੀ ਨਾਲ ਜਾਂ ਡਿਸਪਰਿਨ ਦੀ ਗੋਲੀ ਨਾਲ ਦੂਰ ਨਹੀਂ ਹੁੰਦਾ ਜੀ। ਉਹਦੇ ਵਾਸਤੇ ਲੰਬਾ ਇਲਾਜ ਚੱਲਦਾ ਹੈ, ਤਕਲੀਫ ਦੇ ਇਲਾਜ ਵੀ ਹੁੰਦਾ ਹੈ, ਕੀਮੋ ਵੀ ਲੱਗਦੇ ਨੇ, ਤਾਂ ਕੈਂਸਰ ਖਤਮ ਹੁੰਦਾ। ਇਸ ਤੱਕ ਕੈਂਸਰ ਨਿਬੇੜਨ ਲੱਗੇ ਹੋਏ ਆ। ਲੇਕਿਨ ਉਸ ਦੇ ਜਦੋਂ ਅਸੀਂ ਹੱਲ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਕਿਹਾ ਕਿ ਅਸੀਂ ਨਿਬੇੜਨ ਦੇ ਵਿੱਚ ਲੱਗੇ ਹੋਏ ਆ, ਅਸੀਂ ਲਾਅ ਐਂਡ ਆਰਡਰ ਨੂੰ ਠੀਕ ਕਰਨ 'ਚ ਲੱਗੇ ਹੋਏ ਆ, ਭਾਵੇਂ ਉਹ ਕਿਸੇ ਵੀ ਤਰੀਕੇ ਦੇ ਨਾਲ ਹੋ ਰਿਹਾ ਹੋਵੇ। ਜਿਵੇਂ ਤੁਸੀਂ ਕਿਹਾ ਕਿ ਡਾਵਾਂਡੋਲ ਕਰਨ ਦੀ ਪੰਜਾਬ ਸਰਕਾਰ ਨੂੰ ਕੋਸ਼ਿਸ਼ ਹੋ ਰਹੀ ਹੈ, ਲੇਕਿਨ ਅਜਨਾਲਾ ਦੇ ਵਿੱਚ ਘਟਨਾ ਵਾਪਰਦੀ ਹੈ, ਪੁਲਿਸ ਦੇ ਉੱਤੇ ਇੱਕ ਤਰੀਕੇ ਨਾਲ ਹਮਲਾ ਹੁੰਦਾ ਹੈ, ਲੇਕਿਨ ਉਸ ਤੋਂ ਬਾਅਦ ਕੋਈ ਐਕਸ਼ਨ ਉਸ ਮਾਮਲੇ 'ਚ ਉਸ ਤਰੀਕੇ ਦਾ ਦੇਖਣ ਨੂੰ ਨਹੀਂ ਮਿਲਦਾ, ਜਿਸ ਨੂੰ ਲੈ ਕੇ ਵਾਰ-ਵਾਰ ਸਵਾਲ ਉੱਠ ਰਹੇ ਨੇ। ਬਿਆਨ ਤੇ ਬਹੁਤ ਆਏ ਨੇ ਕਿ ਐਕਸ਼ਨ ਹੋਏਗਾ, ਕਰਾਂਗੇ। ਦੇਖੋ ਇਸ ਤਰ੍ਹਾਂ ਕੀ ਸੋਚ ਰਹੀ ਹੈ ਸਰਕਾਰ? ਦੇਖੋ ਇਸ ਤਰ੍ਹਾਂ ਜੀ, ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਟੂ ਵਿਨ ਅ ਵਾਰ ਸਮਟਾਈਮਸ ਯੂ ਹੈਵ ਟੂ ਲੂਜ਼ ਬੈਟਲਸ। ਜੰਗ ਜਿੱਤਣ ਦੇ ਲਈ ਤੁਹਾਨੂੰ ਕਈ ਵਾਰੀ ਲੜਾਈਆਂ ਹਾਰਨੀਆਂ ਪੈਂਦੀਆਂ ਹੁੰਦੀਆਂ ਨੇ। ਜੇ ਉਸ ਦਿਨ ਇਹ, ਮੈਂ ਤਾਂ ਸਲੂਟ ਕਰਦਾ ਉਹਨਾਂ ਸਾਡੇ ਪੁਲਿਸ ਵਾਲੇ ਵੀਰਾਂ ਨੂੰ ਜਿਨ੍ਹਾਂ ਨੇ ਸਿਰ ਤੇ ਕਿਰਪਾਨਾਂ ਤੇ ਡਾਂਗਾ ਖਾ ਲੀਆਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ ਜਿਹੜੀ ਉਹ ਨਹੀਂ ਹੋਣ ਦਿੱਤੀ ਹੈਗੀ। ਇਹ ਸਵਾਲ ਤਾਂ ਉਹਨਾਂ ਨੂੰ ਕਰਨਾ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਪਵਿੱਤਰ ਥਾਂ ਤੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਚੰਗੀ ਧਾਰਮਿਕ ਪਵਿੱਤਰ ਥਾਂ ਤੇ ਰੱਖ ਕੇ ਉਹ ਤੋਂ ਉਹਨੂੰ ਨਤਮਸਤਕ ਹੋਣਾ ਚਾਹੀਦਾ ਹੈ, ਜਾਂ ਇਕੱਠਾਂ ਬੱਠਾਂ ਦੇ ਵਿੱਚ ਤੇ ਇਹੋ ਜਿਹਾ ਜਿੱਥੇ ਲੱਗਦਾ ਹੋਵੇ ਮਾਹੌਲ ਖਰਾਬ ਹੋ। ਫੈਸਲੇ ਦੀ ਉਡੀਕ ਹੈ, ਜਥੇਦਾਰ ਅਕਾਲ ਤਖਤ ਸਾਹਿਬ ਹੋਰਾਂ ਨੇ ਲੈਣਾ ਹੈ, ਕਮੇਟੀ ਨੇ ਰਿਕਮੈਂਡੇਸ਼ਨ ਦਿੱਤੀ ਹੈ। ਸਵਾਲ ਇਹ ਹੈ ਵੀ ਜੇ ਉਸ ਦਿਨ ਸਪੋਜ਼ ਪੁਲਿਸ ਐਕਸ਼ਨ ਕਰ ਦਿੰਦੀ
ਐਕਸ਼ਨ ਦਾ ਰਿਐਕਸ਼ਨ ਜੇ ਪੁਲਿਸ ਹੀ ਕਰ ਦਿੰਦੀ ਤੇ ਫਿਰ ਕਿਤੇ ਵੀ ਜੇ ਬੇਅਦਬੀ ਹੋ ਜਾਂਦੀ, ਫਿਰ ਸਾਰੇ ਪੰਜਾਬ ਦੇ ਵਿੱਚ ਮਾਹੌਲ ਤਣਾਅਪੂਰਨ ਇਸ ਕਰਕੇ ਖਰਾਬ ਹੋ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਮੇਰੇ ਕਹਿਣ ਦਾ ਮਤਲਬ ਇਹ ਹੈ, ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ, ਲੈਟ ਮੀ ਬੀ ਵੈਰੀ ਕਲੀਅਰ, ਕੋਈ ਇੰਡੀਵਿਜੂਅਲ A ਹੋਵੇ B ਹੋਵੇ C ਹੋਵੇ, ਕੋਈ ਲਾਅ ਐਂਡ ਆਰਡਰ ਤੋਂ ਉੱਪਰ ਨਹੀਂ ਹੈਗਾ, ਕੋਈ ਕਾਨੂੰਨ ਤੋਂ ਉੱਪਰ ਨਹੀਂ ਹੈਗਾ। ਹਰੇਕ ਦਾ ਹਿਸਾਬ ਕਿਤਾਬ ਹੋਊਗਾ, ਪਰ ਇਹ ਨਹੀਂ ਅਸੀਂ ਚਾਹੁੰਦੇ ਹੈਗੇ ਕਿ ਕੋਈ ਇਹੋ ਜਿਹੀ ਸਿਚੁਏਸ਼ਨ ਪੈਦਾ ਹੋ ਜੇ ਜਿਹਦੇ ਨਾਲ ਅੱਜ ਪੰਜਾਬ ਦੇ ਅੰਦਰ ਤੇ ਪੰਜਾਬ ਦੇ ਬਾਹਰ ਬੈਠੀਆਂ ਹੋਈਆਂ ਤਾਕਤਾਂ ਜਿਹੜੀਆਂ ਇਸ ਆੜ ਦੇ ਵਿੱਚ ਬੈਠੀਆਂ ਨੇ ਕਿ ਮੁੜ ਦੁਆਰਾ ਪੰਜਾਬ ਦੇ ਵਿੱਚ ਅੱਤਵਾਦੀ ਤੀਲੀ ਲਾ ਦਈਏ, ਉਹਨਾਂ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਹੈਗੇ। ਇਸ ਕਰਕੇ ਸਹੀ ਸਮੇਂ ਦੀ ਸਹੀ ਟਾਈਮ ਦੀ ਔਰ ਪਰ ਇਹ ਤਾਂ ਤੁਸੀਂ ਸਮਝਦੇ ਹੋ ਨਾ ਵੀ ਸਰਕਾਰ ਨੂੰ ਸਖਤ ਰਵੱਈਆ ਅਪਣਾਉਣਾ ਪਏਗਾ, ਕਿਉਂਕਿ ਉਹਦੇ ਨਾਲ ਹੇਠਲੇ ਲੈਵਲ ਤੇ ਜਿਹੜੇ ਕੋਈ ਵਪਾਰੀ ਨੇ, ਕੋਈ ਡਿਵੈਲਪਰ ਨੇ, ਕੋਈ ਹੋਰ ਆਪਣੇ ਬਿਜ਼ਨਸਮੈਨ ਨੇ, ਉਹਨਾਂ ਦੇ ਵਿੱਚ ਇੱਕ ਭਾਵਨਾ ਐਸੀ ਪੈਦਾ ਨਾ ਹੋਵੇ, ਡਰ 100% ਹੋਊਗਾ ਜੀ। ਕਿਸੇ ਨੂੰ ਇਹੋ ਜਿਹਾ ਪੰਜਾਬ ਬਣਾ ਦੇਣਾ ਸੀ 5 ਸਾਲਾਂ ਦੇ ਵਿੱਚ ਕਿ ਰਾਤ ਨੂੰ 2 ਵਜੇ ਵੀ ਸਾਡੀ ਕੋਈ ਧੀ ਭੈਣ ਬਾਹਰ ਘਰ ਤੋਂ ਇਕੱਲੀ ਵੀ ਨਿਕਲਦੀ ਹੈ ਤੇ ਉਹਨੂੰ ਡਰ ਨਾ ਸਤਾਵੇ। ਅਸੀਂ ਇਹੋ ਜਿਹਾ ਪੰਜਾਬ ਬਣਾਉਣਾ ਚਾਹੁੰਦੇ ਆ, ਪਰ ਉਹਦੇ ਲਈ ਸਮਾਜ ਨੂੰ ਵੀ, ਲੋਕਾਂ ਨੂੰ ਵੀ ਸਾਥ ਹੈ ਜਿਹੜਾ ਉਹ ਦੇਣਾ ਪਊਗਾ। ਔਰ ਇਹੋ ਜਿਹੇ ਜਿਹੜੇ ਐਲੀਮੈਂਟ ਨੇ, ਠੀਕ ਹੈ ਨਾ, ਜਿਹੜੇ ਪੰਜਾਬ ਨੂੰ ਦੇ ਵਿੱਚ ਮੁੜ ਕੇ ਦੁਬਾਰਾ ਅੱਗ ਲਾਉਣਾ ਚਾਹੁੰਦੇ ਨੇ, ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਨਕਾਰਨਾ ਪਊਗਾ। ਐਗਜ਼ੈਕਟਲੀ। ਅੱਛਾ, ਤੁਹਾਡੇ ਕੋਲ ਰੀਨਿਊਏਬਲ એનર્ਜੀ ਦਾ ਵੀ ਡਿਪਾਰਟਮੈਂਟ ਹੈ ਤੇ ਇਸ ਵਾਰ ਜੇ ਅਸੀਂ ਕੇਂਦਰ ਸਰਕਾਰ ਦੀ ਵੀ ਗੱਲ ਕਰੀਏ ਤਾਂ ਬਜਟ ਦੇ ਵਿੱਚ ਗ੍ਰੀਨ ਤੇ ਬਹੁਤ ਫੋਕਸ ਹੋਇਆ, ਗ੍ਰੀਨ એનર્ਜੀ ਦੇ ਉੱਤੇ। ਇਸ ਨੂੰ ਲੈ ਕੇ ਕੀ ਕੁਝ ਪੰਜਾਬ ਸਰਕਾਰ ਕਰ ਰਹੀ ਹੈ? ਕਿਉਂਕਿ ਮੇਰੇ ਯਾਦ ਹੈ ਕਿ ਤੁਹਾਡਾ ਪੋਲੀਟੀਕਲ ਕਲੀਅਰੈਂਸ ਤੁਹਾਨੂੰ ਨਹੀਂ ਮਿਲੀ ਸੀ ਜਦੋਂ ਤੁਸੀਂ ਇੱਕ ਟ੍ਰਿਪ ਤੇ ਜਾਣਾ ਸੀ ਹਾਈਡਰੋਜਨ, ਗ੍ਰੀਨ ਹਾਈਡਰੋਜਨ ਨੂੰ ਲੈ ਕੇ। ਉਸ ਦਿਸ਼ਾ ਦੇ ਵਿੱਚ ਕੀ ਕੁਝ ਹੋ ਰਿਹਾ? ਦੇਖੋ, ਇਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਨਿਊ ਐਂਡ ਰੀਨਿਊਏਬਲ એનર્ਜੀ ਦੇ ਜਿਹੜੇ ਸਕੋਪ ਹੈ ਉਹ ਬਹੁਤ ਹੈ। ਵਿੰਡ એનર્ਜੀ ਖੈਰ ਚਲੋ ਹੈ ਨਹੀਂ ਇੱਥੇ, ਕਿਉਂਕਿ ਆਪਣਾ ਮਾਹੌਲ ਨਹੀਂ ਉਸ ਤਰੀਕੇ ਦਾ। ਸੋਲਰ ਦੇ ਵਿੱਚ ਅਸੀਂ ਵੱਡੇ ਪੱਧਰ ਦੇ ਉੱਪਰ ਕੰਮ ਜਿਹੜਾ ਕਰ ਰਹੇ ਹਾਂ, ਸਾਰੇ ਸਰਕਾਰੀ ਦਫ਼ਤਰਾਂ ਨੂੰ ਸੋਲਰਾਈਜ਼ ਕਰਨ ਦਾ ਕੰਮ, ਕਨਾਲਸ ਨੇ, ਜਿਹੜੀਆਂ ਨਹਿਰਾਂ ਨੇ, ਉਹਨਾਂ ਦੇ ਉੱਪਰ ਸੋਲਰ ਲਗਾਉਣ ਦਾ ਜਿਹੜਾ ਟੈਂਡਰ ਹੈ ਸਾਡਾ ਲੱਗਿਆ ਹੋਇਆ। ਫਲੋਟਿੰਗ ਸੋਲਰ, ਪਾਣੀ 'ਚ ਤੈਰਦੇ ਹੋਏ ਸੋਲਰ ਪੈਨਲਸ ਨੇ ਜਿਹੜੇ, ਉਹਦਾ ਟੈਂਡਰ ਅਸੀਂ ਲਾਇਆ ਹੋਇਆ, ਇਹ ਚੱਲ ਰਿਹਾ। ਔਰ ਇਸ ਤੋਂ ਵੀ ਵੱਡਾ ਸਕੋਪ ਹੈ ਜਿਹੜਾ ਉਹ ਪੰਜਾਬ ਦੇ ਵਿੱਚ 20 ਮਿਲੀਅਨ ਟਨ, ਯਾਨੀ ਕਿ 2 ਕਰੋੜ ਟਨ ਪਰਾਲੀ ਹੈ ਜਿਹੜੀ ਜੀ ਉਹ ਪੈਦਾ ਹੁੰਦੀ ਹੈ। ਤਕਰੀਬਨ 7 ਤੋਂ 8 ਮਿਲੀਅਨ ਟਨ, 80-90 ਲੱਖ ਟਨ ਪਰਾਲੀ ਹੈ ਜਿਹੜੀ ਉਹ ਸੰਭਲ ਜਾਂਦੀ ਹੈ। ਕੁਝ ਇਨ ਸੀਟੂ ਐਕਸ ਸੀਟੂ ਉਹਦੀ ਮੈਨੇਜਮੈਂਟ ਹੋ ਜਾਂਦੀ ਹੈ। 12 ਮਿਲੀਅਨ ਟਨ ਅੱਜ ਵੀ ਅਵੇਲੇਬਲ ਹੈ। ਹੁਣ ਉਹਨੂੰ ਸਾਂਭਣ ਦਾ ਤਰੀਕਾ ਇੱਕੋ ਹੀ ਹੈ ਕਿ ਅਸੀਂ CBG ਪਲਾਂਟ ਨੇ ਜਿਹੜੇ, ਇੱਕ ਏਸ਼ੀਆ ਦਾ ਸਭ ਤੋਂ ਵੱਡਾ, ਉਹ ਇਨੋਗਰੇਟ ਕਰ ਚੁੱਕੇ ਭਟਾਲ ਕਲਾਂ ਦੇ ਵਿੱਚ। 42 ਹੋਰ ਨੇ ਜਿਹੜੇ ਉਹਨਾਂ ਨੂੰ ਲਗਾਉਣ ਦਾ ਪ੍ਰੋਸੈਸ ਹੈ, ਚੱਲ ਰਿਹਾ। ਔਰ ਇਸ ਤੋਂ ਵੀ ਵੱਡਾ ਕੰਮ ਹੈ ਜਿਹੜਾ ਉਹ, ਔਰ ਦੁਨੀਆ ਜਿਸ ਪਾਸੇ ਵੱਲ ਚੱਲੀ ਹੋਈ ਹੈ ਅੱਜ, ਅਮਰੀਕਾ ਦੇ ਨਾਲ ਨਾਲ ਸਾਰੀ ਦੁਨੀਆ ਗ੍ਰੀਨ ਹਾਈਡਰੋਜਨ ਵੱਲ ਵਧ ਰਹੀ ਹੈ ਜੀ। ਗਵਰਨਮੈਂਟ ਆਫ ਇੰਡੀਆ ਦੀਆਂ ਵੀ ਕਮਿਟਮੈਂਟਸ ਨੇ, ਉਹ ਵੀ ਮਿਸ਼ਨ ਮੋਡ ਦੇ ਵਿੱਚ ਹੈ। ਤੇ ਪਿਛਲੇ ਦਿਨਾਂ ਦੇ ਵਿੱਚ ਮੇਰੀ RK ਸਿੰਘ ਨੇ ਜਿਹੜੇ ਮਿਨਿਸਟਰ, ਉਹਨਾਂ ਨਾਲ ਵੀ ਮੀਟਿੰਗ ਹੋਈ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਗ੍ਰੀਨ ਹਾਈਡਰੋਜਨ ਬਣਾਈ ਜਾਵੇ ਪਰਾਲੀ ਤੋਂ। ਟੈਕਨੋਲੋਜੀ ਹੈਗੀ। ਇਸੇ ਮਕਸਦ ਲਈ ਮੈਂ ਉਦੋਂ ਜਰਮਨੀ, ਨੀਦਰਲੈਂਡ ਜਾਣਾ ਚਾਹੁੰਦਾ ਸੀਗਾ, ਜਿਹੜਾ ਸੈਂਟਰਲ ਗਵਰਨਮੈਂਟ ਨੇ ਅਪਰੂਵਲ ਨਹੀਂ ਦਿੱਤੀ ਸੀਗੀ। ਸੋ ਉਹਦੇ ਉੱਪਰ ਪ੍ਰੋਸੈਸ ਸਾਡਾ ਚੱਲ ਰਿਹਾ ਹੈ। ਹੁਣ 3 ਦਿਨਾਂ ਲਈ ਫਿਰ ਮੈਂ ਬੈਂਗਲੌਰ ਚੱਲਿਆ ਤਾਂ ਕਿ ਉੱਥੋਂ ਦਾ ਸਾਰਾ ਪ੍ਰੋਸੈਸ ਜਿਹੜਾ ਮਾਡਲ ਹੈ ਉਹ ਸਟੱਡੀ ਕਰ ਸਕੀਏ। ਮੈਂ ਇਹ ਚਾਹੁੰਦਾ ਕਿ ਜੇ ਸੈਂਟਰਲ ਗਵਰਨਮੈਂਟ ਸਪੋਰਟ ਕਰਦੀ ਹੈ ਔਰ ਪੰਜਾਬ ਦੇ ਕਿਸਾਨਾਂ ਦੀ ਸਪੋਰਟ ਉਹਦੇ ਲਈ ਵੱਡੇ ਪੱਧਰ ਦੇ ਉੱਪਰ ਚਾਹੀਦੀ ਹੈ, ਤੇ ਪਰਾਲੀ ਜਿਹਨੂੰ ਅੱਜ ਕਿਸਾਨ ਮਜਬੂਰੀ ਵਸ ਤੀਲੀ ਲਾ ਕੇ ਸਾੜ ਦਿੰਦਾ, ਆਪਦੀ ਵੀ, ਆਪਦੇ ਪਰਿਵਾਰ ਦੀ ਵੀ, ਤੇ এনवायरमेंट ਨੂੰ ਵੀ ਖਰਾਬ ਕਰਦਾ, ਜ਼ਮੀਨ ਦੀ ਸਿਹਤ ਨੂੰ ਵੀ ਖਰਾਬ ਕਰਦਾ ਹੈ। ਇਸੇ ਪਰਾਲੀ ਦੇ ਵਿੱਚੋਂ ਇੱਕ ਵੱਡਾ ਕਮਾਈ ਦਾ, ਇਨਕਮ ਦਾ ਸਾਧਨ ਹੈ ਜਿਹੜਾ ਉਹ ਬਣ ਸਕਦਾ। ਉਸ ਪਾਸੇ ਵੱਲ ਅਸੀਂ ਵੱਧ ਰਹੇ ਹਾਂ। ਸੋਲਰ એનર્ਜੀ ਦੀ ਤੁਸੀਂ ਗੱਲ ਕੀਤੀ ਕਿ ਸਾਡੇ ਕੋਲੇ ਬਹੁਤ ਸਕੋਪ ਹੈ। ਤੁਸੀਂ ਗਵਰਨਮੈਂਟ ਬਿਲਡਿੰਗਸ ਤੇ ਤਾਂ ਲਗਾ ਰਹੇ ਹੋ, ਲੇਕਿਨ ਬਹੁਤ ਸਾਰੇ ਲੋਕ ਆਪਣੀ ਇਨਵੈਸਟਮੈਂਟ ਘਰਾਂ ਦੇ ਵਿੱਚ ਵੀ ਕਰ ਰਹੇ ਨੇ, ਲੇਕਿਨ ਅਸੀਂ ਕਹੀਏ ਕਿ ਕੀਮਤ ਜ਼ਿਆਦਾ ਪੈਂਦੀ ਹੈ ਉਹਨਾਂ ਨੂੰ। ਕਿਤੇ ਨਾ ਕਿਤੇ ਉਹ ਜਿਹੜਾ ਸਬਸਿਡਾਈਜ਼ਡ ਕੀ ਹੋਰ ਜ਼ਿਆਦਾ ਹੋ ਸਕਦਾ ਹੈ ਕਿ ਇਸ ਨੂੰ ਲੈ ਕੇ ਕੋਈ ਇਨਸੈਂਟਿਵ ਹੋਰ ਜ਼ਿਆਦਾ ਹੋ ਸਕਦਾ ਹੈ? ਨਹੀਂ, ਉਹ ਆਲਰੇਡੀ ਇਨਸੈਂਟਿਵਸ ਨੇ ਜਿਹੜੇ ਜੀ ਉਹ ਮਿਲਦੇ ਨੇ ਲੋਕਾਂ ਨੂੰ, ਕੋਈ ਦਿੱਕਤ ਨਹੀਂ ਹੈਗੀ। ਬਲਕਿ ਅੱਗੇ ਨਾਲੋਂ ਤਾਂ ਜੇ ਆਪਾਂ 5-7 ਸਾਲ ਤੋਂ ਪਹਿਲਾਂ ਦੀ ਗੱਲ ਕਰ ਲਈਏ ਤੇ ਉਦੋਂ ਨਾਲ ਸੋਲਰ ਪੈਨਲ ਨੇ ਜਿਹੜੇ, ਹੁਣ ਕਿਉਂਕਿ ਟੈਕਨੋਲੋਜੀ ਡੇ ਬਾਏ ਡੇ ਇੰਪਰੂਵ ਹੋ ਜਾਂਦੀ, ਹੁਣ ਤਾਂ ਬਹੁਤ ਸਸਤੇ ਹੋਏ ਪਏ ਨੇ ਸੋਲਰ ਪੈਨਲ। ਔਰ ਜੇ ਤੁਸੀਂ ਉਹਦਾ ਕੰਪੈਰੀਜ਼ਨ ਤੁਸੀਂ ਬਿਜਲੀ ਦੇ ਰੇਟਾਂ ਨਾਲ ਕਰੋਗੇ ਤੇ ਫਿਰ ਤੁਹਾਨੂੰ ਅੰਦਾਜ਼ਾ ਲੱਗੂਗਾ ਵੀ ਉਹ ਕਿੰਨੇ ਸਸਤੇ ਪੈਂਦੇ ਨੇ, ਕਿੰਨੇ ਮਹਿੰਗੇ ਪੈਂਦੇ ਨੇ। ਅੱਛਾ, ਤੁਸੀਂ ਅਰੋੜਾ ਸਾਹਿਬ ਜਦੋਂ ਤੋਂ ਮਹਿਕਮਾ ਸੰਭਾਲਿਆ ਹੈ, 1 ਸਾਲ ਅੱਜ ਸਰਕਾਰ ਨੂੰ ਪੂਰਾ ਹੋ ਗਿਆ, ਕਈ ਵਾਰੀ ਤੁਸੀਂ ਚੀਜ਼ਾਂ ਨੂੰ ਜਦੋਂ ਬਾਹਰੋਂ ਦੇਖਦੇ ਹੋ ਔਰ ਜਦੋਂ ਸਿਸਟਮ ਦਾ ਹਿੱਸਾ ਬਣ ਜਾਂਦੇ ਹੋ, ਤੁਹਾਨੂੰ ਆਪਣੇ ਡਿਪਾਰਟਮੈਂਟ ਦੇ ਵਿੱਚ ਐਸਾ ਕੁਝ ਲੱਗਿਆ ਕਿ ਯਾਰ ਆਹ ਤਾਂ ਕਦੇ ਸੋਚਿਆ ਹੀ ਨਹੀਂ ਸੀ, ਐਦਾਂ ਵੀ ਹੁੰਦਾ, ਜਾਂ ਐਦਾਂ ਵੀ ਕੋਈ ਸ਼ੌਕਿੰਗ ਚੀਜ਼ਾਂ ਹੋਈਆਂ ਹੋਣ?
ਦੇਖੋ ਸ਼ੌਕਿੰਗ ਤਾਂ ਹੁਣ ਤੁਹਾਨੂੰ ਮੈਂ ਜਿਵੇਂ ਆ ਐਗਜ਼ਾਮਪਲਾਂ ਦਿੱਤੀਆਂ ਨੇ ਜਿਹੜੀਆਂ ਹੁਣ ਜਿਹੜੇ ਕੰਮ ਇੱਕ ਡਿਸਟ੍ਰਿਕਟ ਪੱਧਰ ਦੇ ਉੱਪਰ ਇੱਕ ਸੀਏ ਏਸੀਏ ਜਾਂ ਏਡੀਸੀ ਅਰਬਨ ਡਿਵੈਲਪਮੈਂਟ ਕਰ ਸਕਦੇ ਨੇ ਜੇ ਉਹਨਾਂ ਦੀਆਂ ਫਾਈਲਾਂ ਮੰਤਰੀਆਂ ਤੱਕ ਤੁਰੀਆਂ ਫਿਰਨਗੀਆਂ ਤੇ ਲੋਕਾਂ ਦੇ ਇੱਥੇ ਗੋਡਣੀਆਂ ਲਵਾਈ ਚੱਲੋਗੇ ਤੇ ਉਹਦਾ ਵਾਟ ਸੈਂਸ ਡਸ ਦੈਟ ਮੇਕ ਅਸੀਂ ਸਾਰੇ ਪਾਸੇ ਇਹੀ ਕੁਛ ਹੈ ਜੀ ਵੀ ਜਿਹੜੇ ਕੰਮ 'ਚ ਪੈਸੇ ਬਣਦੇ ਸੀਗੇ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਉਸ ਪਾਸੇ ਧਿਆਨ ਸੀਗਾ ਬਾਕੀ ਕਿਸੇ ਪਾਸੇ ਧਿਆਨ ਹੈ ਨਹੀਂ ਸੋ ਬਹੁਤ ਕੁਛ ਹੈ ਜਿਹੜਾ ਅਸੀਂ ਸਟ੍ਰੀਮਲਾਈਨ ਹੈ ਜਿਹੜਾ ਸੋ ਗਵਰਨੈਂਸ ਰਿਫਾਰਮਸ ਦੇ ਨਾਲ ਰਿਲੇਟਡ ਮੋٹے ਤੌਰ ਤੇ ਤੁਸੀਂ ਕੀ ਸਮਝਦੇ ਹੋ ਦੇਖੋ ਇਸ ਤਰ੍ਹਾਂ ਕਿ ਗਵਰਨੈਂਸ ਰਿਫਾਰਮਸ ਦੇ ਨਾਲ ਹੀ ਲੋਕਾਂ ਨੂੰ ਜੇ ਤੁਸੀਂ ਘਰ ਬੈਠਿਆਂ ਨੂੰ ਸਰਵਿਸ ਦਿਓਗੇ ਤਾਂ ਹੀ ਲੋਕਾਂ ਦੀ ਖੱਜਲ ਖੁਆਰੀ ਖਤਮ ਹੋਊਗੀ ਤਾਂ ਹੀ ਕਰਪਸ਼ਨ ਦਫ਼ਤਰਾਂ 'ਚੋਂ ਖਤਮ ਹੋਊਗੀ ਤਾਂ ਹੀ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਸਰਕਾਰ ਦੇ ਉੱਪਰ ਬਣੂਗਾ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਜੀ ਮੈਂ ਜਿਸ ਦਿਨ ਦੀ ਜ਼ਿੰਮੇਵਾਰੀ ਸੰਭਾਈ ਹੈ ਮਾਨ ਸਾਹਿਬ ਨੇ ਮੈਂ ਆਪਣੇ ਜਿਹੜੀਆਂ ਸਰਵਿਸਿਜ਼ ਅਸੀਂ ਦਿੰਦੇ ਆ 26 ਸਰਵਿਸਿਜ਼ ਨੇ ਮਹਿਕਮਾ ਜਿਹੜਾ ਦਿੰਦਾ ਉਹਨੂੰ ਅਸੀਂ ਆਨਲਾਈਨ ਕੀਤਾ ਠੀਕ ਹੈ ਤੇ ਉਹਦਾ ਇੱਕ ਦਿਨ ਮੈਂ ਆਈਟੀ ਵਿੰਗ ਵਾਲਿਆਂ ਕੋਲ ਗਮਾਡਾ ਦੇ ਵਿੱਚ ਬੈਠ ਕੇ ਮੈਂ ਸਮਝਿਆ ਮੈਂ ਕਿ ਤੁਹਾਡਾ ਸਿਸਟਮ ਕੀ ਹੈ ਮੈਂ ਰਾਤ ਨੂੰ 2.5-3 ਘੰਟੇ 8 ਵਜੇ ਤੱਕ ਬੈਠਾ ਰਿਹਾ ਸਾਰਾ ਸਿਸਟਮ ਸਮਝਿਆ ਉਹ ਹੁਣ ਸਿਸਟਮ ਹੈ ਜਿਹੜਾ ਉਹ ਮੇਰੇ ਕੋਲ ਫੋਨ ਦੇ ਉੱਪਰ ਅਵੇਲੇਬਲ ਹੈ ਤੇ ਮੈਂ ਦੇਖ ਸਕਦਾ ਵੀ ਕਿਹੜੇ ਅਥਾਰਟੀ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਅਫਸਰ ਕੋਲੇ ਸੁਪਰਡੈਂਟ ਕੋਲੇ ਕਲਰਕ ਕੋਲੇ ਸੀਏ ਏਸੀਏ ਕੋਲੇ ਕਿੰਨੀਆਂ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਤੇ 92 ਦਿਨਾਂ ਤੋਂ ਉਹ ਕਿੰਨੀਆਂ ਉੱਪਰ ਜਾ ਚੁੱਕੀਆਂ ਮੈਂ ਇੱਕ ਦਿਨ ਸਵੇਰੇ ਮੇਰੀ 4-4:30 ਵਜੇ ਬਾਹਰ ਸੀਗਾ 4-4:30 ਵਜੇ ਅੱਖ ਖੁੱਲ ਗਈ ਮੈਂ ਦੇਖਣਾ ਸ਼ੁਰੂ ਕੀਤਾ ਤੇ 4-4.5 ਘੰਟੇ ਲੱਗੇ ਮੈਂ 45 ਬੰਦੇ ਆਇਡੈਂਟੀਫਾਈ ਕਰ ਲਏ ਕਿ ਇਹ ਬੰਦਿਆਂ ਕੋਲੇ ਇਹ ਹੈਬਿਚੁਅਲ ਅਫੈਂਡਰਸ ਨੇ ਜਿਹੜੇ ਕਿ ਵੱਜਵੇਂ ਸਮੇਂ ਤੋਂ ਉੱਪਰ ਦਿਨ ਲੈ ਜਾਂਦੇ ਨੇ ਸਰਵਿਸ ਡਿਲੀਵਰ ਨਹੀਂ ਕਰਦੇ ਹੈਗੇ ਕਰਮਚਾਰੀ ਤੇ ਉੱਥੋਂ ਮੈਂ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਕਿਹਾ ਜੀ ਮੈਂ 45 ਬੰਦੇ ਆਇਡੈਂਟੀਫਾਈ ਕਰ ਲਏ ਇਹਨਾਂ ਨੂੰ ਤੁਸੀਂ ਹੁਣੇ ਸ਼ੋਅ ਕਾਜ਼ ਨੋਟਿਸ ਇਸ਼ੂ ਕਰੋ ਅਸੀਂ ਸ਼ੋਅ ਕਾਜ਼ ਨੋਟਿਸ ਇਸ਼ੂ ਕੀਤਾ 42 ਨੇ ਮਾਫੀ ਮੰਗੀ ਇਹ ਕਹਿੰਦੇ ਹੋਏ ਕਿ ਕਿਸੇ ਕੋਲ ਐਡੀਸ਼ਨਲ ਕੰਮ ਸੀਗੇ ਜ਼ਿਆਦਾ ਚਾਰਜ ਸੀਗੇ ਕੋਈ ਛੁੱਟੀ ਤੇ ਸੀਗਾ ਕਿਸੇ ਦੇ ਘਰੇਲੂ ਪ੍ਰੋਬਲਮ ਸੀਗੀ 3 ਜਿਨ੍ਹਾਂ ਦਾ ਕੋਈ ਰਿਪਲਾਈ ਨਹੀਂ ਆਇਆ ਸੀ ਉਹਨਾਂ ਨੂੰ ਚਾਰਜ ਸ਼ੀਟ ਕਰਤਾ ਹੁਣ ਸਾਰੇ ਮਹਿਕਮੇ ਦੇ ਵਿੱਚ ਮੈਸੇਜ ਚਲਾ ਗਿਆ ਕਿ ਜੇ ਅਸੀਂ 25ਵੇਂ ਦਿਨਾਂ ਤੋਂ ਕੋਈ ਕੰਮ ਸਰਵਿਸ 7 ਦਿਨਾਂ 'ਚ ਹੋਣੀ ਹੈ ਜੇ 7 ਤੋਂ 8ਵਾਂ ਦਿਨ ਵੀ ਹੋਊਗਾ ਤਾਂ ਮੇਰੇ ਕੋਲ ਰਿਫਲੈਕਟ ਹੋਊਗਾ ਠੀਕ ਹੈ ਨਾ ਤੇ ਉਹ ਤੇ ਐਕਸ਼ਨ ਹੋਊਗਾ ਸੋ ਇਸੇ ਨਾਲ ਹੀ ਕਰਪਸ਼ਨ ਹੈ ਜਿਹੜੀ ਉਹ ਖਤਮ ਹੋ ਸਕਦੀ ਹੈ ਹੁਣ ਜੇ ਸਪੋਜ਼ ਕੋਈ ਇਹੋ ਜਿਹਾ ਕਾਲਾ ਬੰਦਾ ਹੋਵੇ ਵੀ ਕੰਮ ਹੋਣਾ 7 ਦਿਨਾਂ ਦੇ ਵਿੱਚ ਤੇ ਦੂਜੇ ਦਿਨ ਹੀ ਜਾ ਕੇ ਕਿਸੇ ਬਾਊ ਜਾਂ ਅਫਸਰ ਦੀ ਜੇਬ 'ਚ ਪੈਸੇ ਠੋਕੀ ਜਾਊਗਾ ਤੇ ਉਹਦਾ ਤਾਂ ਤੁਸੀਂ ਕੁਝ ਕਰ ਨਹੀਂ ਸਕਦੇ ਹੈਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਦੀ ਫੰਕਸ਼ਨਿੰਗ ਨੂੰ ਮਹਿਕਮੇ ਦੀ ਫੰਕਸ਼ਨ ਨੂੰ ਅਸੀਂ ਸੁਧਾਰ ਦਾਂਗੇ ਪਰ ਲੋਕਾਂ ਨੂੰ ਵੀ ਪੂਰੇ ਪ੍ਰੋਸੈਸ ਨੂੰ ਫੋਲੋ ਕਰਕੇ ਕੰਮ ਲੈਣਾ ਚਾਹੀਦਾ ਹੈ